प्रीति दत्ता। मिलने आए हो कमिश्नर साहब को? उनसे हम ये रिक्वेस्ट करने आए हैं कि हमें न्याय चाहिए कि इन्होंने तुली लैब से हमारी रिपोर्ट्स गलत आई हैं। नेक्स्ट डे सबसे पहले मेरी तुली लैब से जब करवाई गई तो पॉजिटिव आई, लेकिन वेरी नेक्स्ट डे जब करवाई अगले दिन तो मेरी नेगेटिव आई, लेकिन हॉस्पिटल वालों ने वो रिपोर्ट हमसे छुपाई। फिर थर्ड टाइम मैंने टेस्ट करवाया तो उन्होंने कहा आपका सैंपल नहीं पहुंचा। फिर फोर्थ टाइम मैंने करवाया तो फिर नेगेटिव आई। तो इस तरह हमें मेंटली कितना टॉर्चर हुए हैं हम, इसका जिम्मेदार कौन है? मेरी मम्मा उधर 60+ हैं, वो नेगेटिव थे, अब वहाँ जाके पॉजिटिव हो गए हैं। हु विल बी रिस्पॉन्सिबल फॉर दिस? इस बात पे आप सिविल सर्जन को मिले हो आप? नहीं। तभी आप कमिश्नर साहब को मिले हो, क्या उन्होंने बोला? उन्होंने बोला कि सिविल सर्जन सारा देख के आपको पूरा जस्टिस मिलेगा। ऐसी लैब बंद होनी चाहिए? बिल्कुल होनी चाहिए। देखो ये लोगों के ज़िंदगियों से खिलवाड़ कर रहे हैं। शायद मैं लोगों का जरिया बनी हूँ कि उनको बता सकूँ कि ये गलत हो रहा है। कितने पैसे लिए थे आप? पैसों का सारा मेरे हस्बैंड को पता क्या है, क्या पैकेज है क्या नहीं। समाज सेवक है नाल बिजनेसमैन। मेरा मसला है मेरे परिवारिक मैंबर 10 तरीक ਨੂੰ जो कि मेरे सोहरा साहब पॉजिटिव निकले सी, ਅਸੀਂ ਉਹਨਾਂ ਨੂੰ EMC ਹਸਪੀਟਲ ਵਿੱਚ ਦਾਖਲ ਕਰਵਾ ਦਿੱਤਾ। 10 ਤਰੀਕ ਨੂੰ ਹੀ ਉਹਨਾਂ ਦੇ ਸੰਪਰਕ ਦੇ ਵਿੱਚ ਮੇਰੇ ਸਹੁਰੇ ਪਰਿਵਾਰ ਦੇ ਵਿੱਚ 3 ਮੈਂਬਰ ਹੋਰ ਸਨ, ਮੇਰੀ ਸੱਸ, ਮੇਰਾ ਬ੍ਰਦਰ ਇਨ ਲਾ ਤੇ ਉਹਨਾਂ ਦੀ ਵਾਈਫ। ਉਸ ਤੋਂ ਇਲਾਵਾ ਮੇਰੀ ਵਾਈਫ ਉਹਨਾਂ ਦਾ ਹਸਪੀਟਲ ਪਤਾ ਲੈਣ ਗਈ ਸੀ। ਮੈਂ ਬਾਕੀ 4 ਮੈਂਬਰਾਂ ਦਾ ਵੀ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਉਹਨਾਂ ਦਾ ਟੈਸਟ ਕਰਵਾਇਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਮੇਰੀ ਵਾਈਫ ਨੂੰ ਤੁਲੀ ਡਾਇਗਨੋਸਟਿਕ ਵੱਲੋਂ ਪੋਜ਼ਿਟਿਵ ਕਰਾਰ ਦਿੱਤਾ ਗਿਆ ਤੇ ਮੈਂ ਇਹਨਾਂ ਨੂੰ EMC ਹਸਪੀਟਲ ਰਾਤੀ 10:30 ਵਜੇ ਦਾਖਲ ਕਰਵਾ ਦਿੱਤਾ। ਉਸ ਤੋਂ ਬਾਅਦ EMC ਦੇ ਮਾਲਕ ਪਵਨ ਅਰੋੜਾ ਜੀ ਵੱਲੋਂ ਮੈਨੂੰ ਫੋਨ ਆਇਆ ਕਿ ਤੁਹਾਡੇ ਬਾਕੀ ਫੈਮਿਲੀ ਮੈਂਬਰ ਵੀ ਸਾਰੇ ਪੋਜ਼ਿਟਿਵ ਨੇ। ਮੈਂ ਰਾਤੀ 1 ਵਜੇ ਉਹਨਾਂ ਨੇ ਐਂਬੂਲੈਂਸ ਭੇਜੀ, ਉਹਦੇ ਵਿੱਚ ਮੈਂ ਉਹਨਾਂ ਸਾਰੇ ਪਰਿਵਾਰ ਨੂੰ ਉੱਥੇ ਦਾਖਲ ਕਰਵਾਇਆ। ਮੈਂ ਪਵਨ ਜੀ ਨੂੰ ਕਿਹਾ ਕਿ ਇਹਨਾਂ ਦੇ ਸਰਕਾਰੀ ਟੈਸਟ ਕਰਵਾਏ ਜਾਣ, ਜੋ ਮੈਂ ਬੜਾ ਜ਼ੋਰ ਪਾ ਕੇ ਵੈਰੀ ਨੈਕਸਟ ਡੇ ਮਾਰਨਿੰਗ 11 ਤਰੀਕ ਨੂੰ ਇਹਨਾਂ ਦੇ ਸਰਕਾਰੀ ਟੈਸਟ ਕਰਵਾਏ, ਜੋ ਕਿ 13 ਤਰੀਕ ਨੂੰ ਜਿਨ੍ਹਾਂ ਦਾ ਜੋ ਰਿਜ਼ਲਟ ਹੈ ਉਹ ਆ ਚੁੱਕਾ ਸੀ। ਸਾਨੂੰ ਕੋਈ ਰਿਜ਼ਲਟ ਨਹੀਂ ਦੱਸਿਆ ਗਿਆ, ਸਾਨੂੰ ਨਹੀਂ ਦੱਸਿਆ ਗਿਆ ਕਿ ਇਹਦਾ ਰਿਜ਼ਲਟ ਆ ਗਿਆ ਹੈ, ਜਿਹਦੇ ਵਿੱਚ ਮੇਰੇ ਜੋ ਪਰਿਵਾਰਿਕ ਮੈਂਬਰ ਮੇਰੇ ਸਹੁਰਾ ਸਾਹਿਬ ਨੂੰ ਛੱਡ ਕੇ ਸਾਰੇ ਨੈਗੇਟਿਵ ਸਨ। ਇੱਕ ਮੇਰੇ ਸਿਰਫ ਬ੍ਰਦਰ ਇਨ ਲਾ ਦੀ ਵਾਈਫ ਜੋ ਪੋਜ਼ਿਟਿਵ ਸੀ, ਉਹ ਰਿਪੋਰਟ ਸਾਡੇ ਕੋਲ ਲੁਕਾਈ ਗਈ। ਉਸ ਤੋਂ ਬਾਅਦ ਮੈਂ 13 ਤਰੀਕ ਨੂੰ ਆਪਣੇ ਵੱਲੋਂ ਦੁਬਾਰਾ ਸਰਕਾਰੀ ਟੈਸਟ ਕਰਵਾਏ ਜ਼ੋਰ ਪਾ ਕੇ। ਉਹਨਾਂ ਦੇ ਵਿੱਚ ਜਦੋਂ ਸ਼ਾਮ ਨੂੰ ਰਿਜ਼ਲਟ ਆਇਆ ਤਾਂ ਜਿਹੜੇ ਮੇਰੇ ਫੈਮਿਲੀ ਮੈਂਬਰ ਬਾਕੀ ਬਚੇ ਸਨ ਜੋ ਨੈਗੇਟਿਵ ਸਨ, ਉਹ ਸਾਰੇ ਦੇ ਸਾਰੇ ਪੋਜ਼ਿਟਿਵ ਹੋ ਗਏ। ਉਹ ਕਰੋਨਾ ਵਾਰਡ ਦੇ ਵਿੱਚ ਰਹਿਣ ਦੇ ਕਾਰਨ, ਕਿਉਂਕਿ ਜਿਹੜੇ ਇਹਨਾਂ ਨੇ ਨੈਗੇਟਿਵ ਬੰਦਿਆਂ ਨੂੰ ਉੱਥੇ ਕਰੋਨਾ ਵਾਰਡ ਦੇ ਵਿੱਚ ਰੱਖਿਆ, ਉਹਦੇ ਵਾਰਡ ਦੇ ਵਿੱਚ ਰੱਖਣ ਨਾਲ ਸਾਰੇ ਹੀ ਪੋਜ਼ਿਟਿਵ ਹੋ ਗਏ। ਇੱਕ ਮੇਰੀ ਵਾਈਫ ਦਾ ਜੋ ਟੈਸਟ ਹੀ ਦੁਬਾਰਾ ਭੇਜਣ ਦੇ ਵਿੱਚ ਵੀ, ਤੀਸਰੀ ਵਾਰੀ ਭੇਜਣ 'ਤੇ ਵੀ ਉਹਦੇ ਵਿੱਚੋਂ ਸੈਂਪਲ ਨਹੀਂ ਨਿਕਲਿਆ। ਉੱਥੋਂ ਲਿਖ ਕੇ ਆ ਗਿਆ ਸਿਵਲ ਹਸਪਤਾਲ ਵੱਲੋਂ ਕਿ ਇਹਦਾ ਸੈਂਪਲ ਕਲੈਕਟ ਨਹੀਂ ਹੋਇਆ ਸਹੀ ਤਰੀਕੇ ਨਾਲ। ਮੈਂ ਦੁਬਾਰਾ ਕੋਸ਼ਿਸ਼ ਕਰਕੇ ਇਹਨਾਂ ਦਾ ਟੈਸਟ ਕਰਵਾਇਆ, ਜੋ ਅਗਲੇ ਦਿਨ 14 ਤਰੀਕ ਨੂੰ ਰਿਜ਼ਲਟ ਆਇਆ, ਜੋ ਉਹਦੇ ਵਿੱਚ ਉਹਨਾਂ ਨੂੰ ਨੈਗੇਟਿਵ ਦਿੱਤਾ ਗਿਆ। ਉਹਦਾ ਨੈਗੇਟਿਵ ਰਹਿਣ ਦਾ ਕਾਰਨ ਇਹ ਸੀ ਕਿ ਮੈਂ ਆਪਣੀ ਵਾਈਫ ਨੂੰ ਉਹ ਫੈਮਿਲੀ ਨਾਲੋਂ ਅਲੱਗ ਰੱਖਿਆ ਹੋਇਆ ਸੀ। ਜਿਹੜੀ ਮੇਰੀ ਫੈਮਿਲੀ ਸਾਰੀ ਉਹਨਾਂ ਨੇ ਕਰੋਨਾ ਵਾਰਡ 'ਚ ਰੱਖੀ ਸੀ, ਉਹ ਸਾਰੀ ਦੀ ਸਾਰੀ ਨੈਗੇਟਿਵ ਫੈਮਿਲੀ ਨੂੰ ਉੱਥੇ ਲਿਜਾ ਕੇ ਇਹਨਾਂ ਨੇ ਕਰੋਨਾ ਵਾਰਡ 'ਚ ਰੱਖ ਕੇ ਪੋਜ਼ਿਟਿਵ ਕਰ ਦਿੱਤਾ। ਤੇ ਅੱਜ ਸ਼ਿਕਾਇਤ ਕਰਨ ਆਏ ਹੋ, ਕੀ ਸ਼ਿਕਾਇਤ ਕੀਤੀ ਗਈ ਹੈ ਜੀ? ਮੈਂ ਸ਼ਿਕਾਇਤ ਕੀਤੀ ਹੈ ਜੀ, ਜੋ ਇਹ ਚੱਲ ਰਿਹਾ ਸ਼ਹਿਰ ਦੇ ਵਿੱਚ। ਦੇਖੋ ਮੇਰੇ ਇਕੱਲੇ ਦੀ ਸ਼ਿਕਾਇਤ ਨਹੀਂ ਹੈ, ਹੋਰ ਵੀ ਲੋਕਾਂ ਨੇ ਸ਼ਿਕਾਇਤ ਕੀਤੀ ਹੈ। ਇੱਕ ਤਾਜ ਹੋਟਲ ਤੋਂ ਕੁਆਰੰਟਾਈਨ ਬੰਦੇ ਹੋਏ ਨੇ, ਉਹਨਾਂ ਨੇ ਵੀ ਸ਼ਿਕਾਇਤ ਕੀਤੀ ਹੈ। ਇੱਕ ਜੋ ਪਿੱਛੇ ਡਾਕਟਰ ਸੀ, ਪ੍ਰੈਗਨੈਂਟ ਲੇਡੀ ਸੀ, ਉਹਨਾਂ ਦੀ ਵੀ ਸ਼ਿਕਾਇਤ ਹੈ। ਹੋਰ ਵੀ ਲੋਕਾਂ ਦੀਆਂ ਸ਼ਿਕਾਇਤਾਂ ਅੱਗੋਂ ਲੋਕੀ ਪੈਨਿਕ ਹੋਇਆ, ਲੋਕਾਂ ਦੇ ਵਿੱਚ ਕੰਧਾਂ 'ਚ ਟੱਕਰਾਂ ਮਾਰਦੇ ਪਏ ਨੇ ਲੋਕ ਕਿ ਅਸੀਂ ਤੁਲੀ ਲੈਬ ਤੋਂ ਟੈਸਟ ਕਰਵਾਇਆ, ਸਾਡੇ ਘਰਦਿਆਂ ਨੂੰ ਹਸਪਤਾਲਾਂ 'ਚ ਦਾਖਲ ਕਰ ਲਿਆ ਇਹਨਾਂ ਨੇ, ਅਸੀਂ ਕਿੱਥੇ ਜਾਈਏ? ਕਿਉਂਕਿ ਸਰਕਾਰੀ ਰਿਪੋਰਟਾਂ ਤੁਹਾਨੂੰ ਪਤਾ ਕਰਾਉਣ ਵੇਲੇ 4-4 5-5 ਦਿਨ ਦਾ ਜੋ ਰਿਜ਼ਲਟ ਦਾ ਟਾਈਮ ਲੱਗ ਜਾਂਦਾ। ਉਸ ਤੋਂ ਇਲਾਵਾ ਲੋਕਾਂ ਕੋਲ ਇੰਨੇ ਸੋਰਸ ਨਹੀਂ ਗਏ। ਹੁਣ ਇੱਕ ਬੰਦਾ ਹਸਪੀਟਲ ਦੇ ਵਿੱਚ ਫਸ ਜਾਂਦਾ, ਉਹਨਾਂ ਨੂੰ ਕਹਿੰਦਾ, ਉਹ ਕਹਿੰਦੇ ਕਰਦੇ ਆ, ਵੇਖਦੇ ਆ, ਕਰਾਉਂਦੇ ਆ। ਹਰ ਬੰਦਾ ਇਸ ਵੇਲੇ ਡਰਿਆ ਹੋਇਆ। ਜਿਨ੍ਹਾਂ ਨੇ ਤੁਲੀ ਤੋਂ ਟੈਸਟ ਕਰਵਾਏ ਨੇ, ਪ੍ਰਾਈਵੇਟ ਹਸਪੀਟਲਾਂ 'ਚ ਦਾਖਲ ਨੇ, ਉਹ ਸਾਰੇ ਡਬਲ ਮਾਈਂਡਡ ਨੇ, ਕਿਉਂਕਿ ਉਹਨਾਂ ਨੂੰ ਕੋਈ ਸਿੰਪਟਮ ਨਹੀਂ ਗਏ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਗਈ। ਉਹ ਬਹੁਤ ਮੁਸ਼ਕਿਲ 'ਚ ਨੇ। ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਕੀ ਆਸ਼ਵਾਸਨ ਦਿੱਤਾ ਜੀ ਤੁਹਾਨੂੰ ਕਮਿਸ਼ਨਰ ਸਾਹਿਬ ਨੇ? ਕੀ ਕਮਿਸ਼ਨਰ ਸਾਹਿਬ ਨੂੰ ਮੈਂ ਕੰਪਲੇਂਟ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੋ ਗਾਈਡਲਾਈਨ ਹੈ ਸੈਂਟਰ ਗੌਰਮੈਂਟ ਵੱਲੋਂ, ਉਹਦੇ ਵਿੱਚ ਡਾਕਟਰਸ ਜਾਂ ਦੂਸਰੇ ਜਿਹੜੇ ਲੋਕ ਨੇ ਹੈਲਥ ਨਾਲ ਡਿਪਾਰਟਮੈਂਟ ਨਾਲ ਸੰਬੰਧਿਤ ਨੇ, ਉਹਨਾਂ ਦੀ ਕੰਪਲੇਂਟ ਸਿਵਲ ਸਰਜਨ ਨੂੰ ਦੇਣੀ ਚਾਹੀਦੀ ਹੈ। ਉਹਨਾਂ ਨੇ ਆਪਣੀ ਕੰਪਲੇਂਟ ਲੈ ਕੇ ਮਾਰਕ ਕਰਤੀ ਉਹਨਾਂ ਨੂੰ। ਉਹਨਾਂ ਵੱਲੋਂ ਕਹਿੰਦੇ ਜੋ ਡਾਇਰੈਕਸ਼ਨ ਆਏਗੀ ਅਸੀਂ ਉਸ ਬਿਹਾਵ ਦੇ ਉੱਤੇ ਜੋ ਬੰਦੀ ਕਾਰਵਾਈ ਹੈ
ਕਰਾਂਗੇ, ਇਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਬਹੁਤ ਵੱਡਾ ਨੈਕਸਸ ਚੱਲ ਰਿਹਾ ਹੈ? ਜੀ ਬਿਲਕੁਲ ਨੈਕਸਸ ਚੱਲ ਰਿਹਾ ਜੀ, ਤੁਸੀਂ ਵੇਖ ਸਕਦੇ ਹੋ ਸਾਰਾ ਨੈਕਸਸ ਹੀ ਹੈ ਜੀ, ਸਾਰਾ ਨੈਕਸਸ ਹੈ। ਪ੍ਰਾਈਵੇਟ ਲੈਬ ਵਾਲਿਆਂ ਦਾ ਤੇ ਹਸਪਤਾਲ ਵਾਲਿਆਂ ਦਾ ਨੈਕਸਸ ਹੈ। ਜਿਹੜੇ ਹਸਪਤਾਲ 'ਚ ਅਸੀਂ ਜਾਂਦੇ ਆ ਉਹ ਸਾਨੂੰ ਉੱਥੋਂ ਲੈਬ ਤੋਂ ਟੈਸਟ ਕਰਵਾਉਂਦੇ ਆਪਣੇ ਆਪ, ਬਾਅਦ ਦੇ ਵਿੱਚ ਸਾਨੂੰ ਪੋਜ਼ਿਟਿਵ ਕਰਕੇ ਤੇ 3-4 ਦਿਨਾਂ ਬਾਅਦ ਜੇ ਜ਼ਿਆਦਾ ਜ਼ੋਰ ਪਾਓ 3-4-5 ਦਿਨਾਂ ਬਾਅਦ ਕਈ ਪੇਸ਼ੈਂਟ ਦੇਖੇ ਨੇ ਜਿਨ੍ਹਾਂ ਨੂੰ ਕਹਿ ਦਿੰਦੇ ਹੁਣ ਤੁਸੀਂ ਠੀਕ ਹੋ ਗਏ ਜੀ, ਜਾਓ ਘਰ। ਠੀਕ ਬੰਦਿਆਂ ਨੂੰ ਹਸਪਤਾਲਾਂ 'ਚ ਰੱਖ ਕੇ ਠੀਕ ਕਰਕੇ ਭੇਜੀ ਜਾਂਦੇ ਨੇ। ਇਹਨਾਂ ਕੋਲ ਕਿਹੜੀ ਦਵਾਈ ਆ ਗਈ ਹੈ? ਸਾਰੇ ਵਰਲਡ ਕੋਲ ਕੋਈ ਦਵਾਈ ਨਹੀਂ, ਇਹਨਾਂ ਕੋਲ ਕਿਹੜੀ ਦਵਾਈ ਆ ਗਈ ਹੈ? EMC ਲਿਆ ਕੋ ਦੂਜੇ ਹਸਪਤਾਲਾਂ ਕੋ ਕਿਹੜੀ ਦਵਾਈ ਆ ਗਈ ਹੈ? ਅਸੀਂ ਸਿਵਲ ਸਰਜਨ ਸਾਹਿਬ ਕੋ ਵੀ ਚਿੱਠੀਆਂ ਲਿਖੀਆਂ, ਅਸੀਂ ਉਹਨਾਂ ਕੋ ਵੀ ਜਾਵਾਂਗੇ, ਅਸੀਂ ਸ਼ਹਿਰ ਦੇ ਹਰ ਜਿੱਤੇ ਹੋਏ ਨੁਮਾਇੰਦੇ ਕੋ ਜਾਵਾਂਗੇ, ਹਰ ਉਸ ਬੰਦੇ ਕੋ ਆਪਣੀ ਫਰਿਆਦ ਰੱਖਾਂਗੇ ਜਿਸ ਬੰਦੇ ਕੋ ਸਾਨੂੰ ਨਿਆਂ ਦੀ ਉਮੀਦ ਹੈ, ਕਿਉਂਕਿ ਇਹ ਮੇਰੇ ਇਕੱਲੇ ਦੀ ਲੜਾਈ ਨਹੀਂ ਹੈ, ਸਾਰੇ ਸ਼ਹਿਰ ਵਾਸੀਆਂ ਦੀ ਲੜਾਈ ਹੈ। ਮੇਰੇ ਪਰਿਵਾਰ ਨਾਲ ਜੋ ਹੋ ਗਿਆ ਸੋ ਹੋ ਗਿਆ, ਹੁਣ ਅੱਗੋਂ ਕਿਸੇ ਸ਼ਹਿਰ ਦੇ ਕਿਸੇ ਪਰਿਵਾਰ ਨਾਲ ਮੈਂ ਇਹ ਨਹੀਂ ਹੋਣ ਦੇਵਾਂਗਾ। ਚਾਹੇ ਇਹਦੇ ਲਈ ਮੈਨੂੰ ਸੜਕ ਦੇ ਉੱਤੇ ਲੰਮਾ ਪੈਣਾ ਪਵੇ, ਚਾਹੇ ਇਹਦੇ ਲਈ ਮੈਨੂੰ ਨੰਗੇ ਹੋ ਕੇ ਹਸਪਤਾਲ ਦੇ ਅੱਗੇ ਲੰਮੇ ਪੈਣਾ ਪਵੇ। ਪ੍ਰਸ਼ਾਸਨ ਦੀ ਮਿਲੀ ਭੁਗਤਣ ਵਾਲਾ ਇਹ ਕੰਮ ਚੱਲਦਾ ਜਿਹੜਾ ਕਿ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਹੁਣ ਤੱਕ। ਜੀ ਇਹਦੇ ਵਿੱਚ ਇਹਦੇ ਵਿੱਚ ਜੋ ਪ੍ਰਸ਼ਾਸਨ ਦਾ ਰੋਲ ਹੈ ਉਹ ਵੀ ਸ਼ੱਕ ਦੇ ਘੇਰੇ 'ਚ ਹੈ। ਮੈਂ ਪ੍ਰਸ਼ਾਸਨ ਨੂੰ ਅਪੀਲ ਕਰਨ ਆਇਆ, ਮੈਂ ਕੱਲੀ ਜਗ੍ਹਾ ਤੇ ਜਾ ਕੇ ਅਪੀਲ ਕਰਾਂਗਾ ਕਿ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੀਜ਼ ਦਾ ਇਹਦਾ ਜੋ ਸਿੱਟ ਬਹਾ ਕੇ ਇਹਦੀ ਇਨਕੁਆਇਰੀ ਕਰਕੇ ਇਹਦਾ ਰਿਜ਼ਲਟ ਕੱਢੋ, ਲੋਕਾਂ ਦੇ ਵਿੱਚ ਦੱਸੋ। ਜੇ ਉਹ ਸਹੀ ਆ ਤਾਂ ਵੀ ਦੱਸੋ, ਜੇ ਸਰਕਾਰੀ ਲੈਬ ਕੋਲ ਗਲਤੀ ਹੋਈ ਤਾਂ ਵੀ ਦੱਸੋ। ਜਿਹਦੀ ਗਲਤੀ ਉਹਨੂੰ ਸਾਹਮਣੇ ਲਿਆਓ, ਉਸ ਗਲਤੀ ਨੂੰ ਸਾਹਮਣੇ ਕਰੋ ਤਾਂ ਕਿ ਲੋਕਾਂ ਦੇ ਜਿਹੜੇ ਮਨਾਂ ਦੇ ਵਿੱਚ ਡਰ ਪੈ ਗਏ ਨੇ ਉਹ ਨਿਕਲ ਜਾਣ।